ओम नमः शिवाय। शिवजी सदा सहाय। ओम नमः शिवाय। गुरुजी सदा सहाय। जय गुरुजी संगत जी, गुरुजी के परिवार, गुरुजी टुडे ब्लेसिंग्स में आपका स्वागत है। चैनल पर नए हैं तो चैनल को शेयर करें और सब्सक्राइब करें और साथ में लगे हुए बेल आइकॉन के बटन को प्रेस करके ऑल पर क्लिक कर दें ताकि डेली अपलोड होने वाले गुरुजी के सत्संग और ब्लेसिंग संगत जी आप तक पहुंच सकें। अपना सत्संग गुरुजी के इस प्यारे से चैनल पर अपलोड करवाने के लिए आप डिस्क्रिप्शन बॉक्स में दिए गए हमारे व्हाट्सएप नंबर पर अपना सत्संग ऑडियो या वीडियो किसी भी फॉर्मेट में हमें भेज सकते हैं। जय गुरुजी संगत जी। गुरुजी की आज्ञा से हमारा जो गुरुजी का दूसरा चैनल है शुक्राना गुरुजी, उस पे प्रतिदिन शिव महापुराण के अध्याय अपलोड गुरुजी करवा रहे हैं छोटे छोटे पार्ट्स में। डिस्क्रिप्शन बॉक्स में उनका लिंक दिया गया है, आप उस पर जाकर उनको ज़रूर सुने और ज़्यादा से ज़्यादा शेयर करें क्योंकि शिव पुराण सुनने वाले का ही भला और सुनाने वाले का भी भला। और जब आप शेयर करेंगे तो आपको भी पुण्य मिलेगा ही मिलेगा। चलिए बात करते हैं आज के सत्संग की। संगत जी, आज का सत्संग जैसे कि इसका टाइटल है ना, गुरुजी के द्वारा फुल्ली ब्लेस्ड सत्संग मैं कहूँगा इसको। इस सत्संग को लास्ट तक सुनिएगा। जैसे जैसे आप सत्संग सुनेंगे आपको खुद लगेगा कि आपके कार्य गुरुजी कैसे कर रहे हैं। ज़्यादा से ज़्यादा शेयर कीजिएगा, पता नहीं किसका कार्य कहाँ संवर जाए। और ये सत्संग हमारे साथ दिल्ली से शेयर किया आंटी जी ने, मैं दिल से उनका शुक्राना करता हूँ कि उन्होंने गुरुजी से आज्ञा लेकर गुरुजी के इस प्यारे से चैनल पर अपना सत्संग शेयर किया। चलिए सत्संग स्टार्ट करते हैं। जय गुरुजी। जय गुरु जी, शुक्राना गुरु जी। सारी साध संगत ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਔਰ ਜੈ ਗੁਰੂ ਜੀ। ਮੈਂ ਆਪਣਾ ਨਾਂ ਦੱਸਣਾ ਨਹੀਂ ਚਾਹੁੰਦੀ, ਕੁਝ ਮੇਰੀ ਰੀਜ਼ਨਸ ਹੈ ਔਰ ਮੈਂ ਗੁਰੂ ਜੀ ਦੇ ਨਾਲ ਮੇਰੀ ਜੋ ਵੀ ਜਰਨੀ ਹੋਈ ਮੈਂ ਉਹਨੂੰ ਬਿਆਨ ਕਰਨਾ ਚਾਹੁੰਦੀ ਹਾਂ। ਮੈਂ ਸਿੱਖ ਫੈਮਿਲੀ ਤੋਂ ਹਾਂ ਔਰ ਮੈਂ ਸ਼ੁਰੂ ਤੋਂ ਹੀ ਗੁਰਦੁਆਰੇ ਵਗੈਰਾ ਜਾਂਦੀ ਸੀ, ਪਾਠ ਵਗੈਰਾ 'ਚ ਮੇਰਾ ਧਿਆਨ ਸੀਗਾ। ਗੁਰੂ ਜੀ ਨੇ ਸ਼ਾਇਦ ਪਤਾ ਨਹੀਂ ਮੇਰੇ 'ਤੇ ਮਿਹਰ ਕਰਕੇ ਤਾਂ ਹੀ ਮੇਰੀ ਬਾਂਹ ਫੜੀ ਹੋਏਗੀ, ਕੁਛ ਸਾਡੇ ਚੰਗੇ ਕਰਮ ਹੋਏ ਹੋਣਗੇ ਸ਼ਾਇਦ। ਔਰ ਸਭ ਤੋਂ ਪਹਿਲਾਂ ਮੈਂ ਆਪਣਾ ਸਤਸੰਗ ਤੁਹਾਨੂੰ ਸੁਣਾਉਣਾ ਚਾਹਾਂਗੀ। ਮੇਰੀ ਬੇਟੀ 2021 'ਚ ਕਿਸੇ ਲੜਕੀ ਦੇ ਘਰ, ਆਪਣੀ ਫਰੈਂਡ ਦੇ ਘਰ ਗਈ ਸੀ ਅਤੇ ਉੱਥੇ ਗੁਰੂ ਜੀ ਦਾ ਸਰੂਪ ਪਿਆ, ਮਤਲਬ ਬਿਰਾਜਮਾਨ ਸੀ ਅਤੇ ਉੱਥੇ ਉਹ ਪਹਿਲੀ ਵਾਰ ਗੁਰੂ ਜੀ ਦੇ ਸਤਸੰਗ ਵਿੱਚ ਗਈ ਅਤੇ ਉੱਥੇ ਉਹਨੇ ਜਦੋਂ ਮੱਥਾ ਟੇਕਿਆ ਤਾਂ ਉਹਦਾ ਮਨ ਭਰ ਆਇਆ ਅਤੇ ਬਹੁਤ ਉਹਦੇ ਅੰਦਰੋਂ ਵਿਰਾਗ ਜਾਗਿਆ ਅਤੇ ਉਹਨੇ ਗੁਰੂ ਜੀ ਨਾਲ ਨਮਸਤਕ ਹੋ ਕੇ ਉਹਨਾਂ ਨੂੰ ਪਿਆਰ ਭਰੀ ਨਮਸਕਾਰ ਕੀਤੀ। ਅਤੇ ਉਸ ਤੋਂ ਬਾਅਦ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਮੰਮੀ ਉਸ ਟਾਈਮ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਆਪਣਾ ਜੋ ਵੀ ਅੱਗੇ ਫੈਸਲਾ ਲੈਣਾ ਹੈ, ਅਬਰੋਡ ਜਾਣਾ ਸੀ, ਮੈਂ ਗੁਰੂ ਜੀ ਤੋਂ ਪੁੱਛ ਕੇ ਕਰਾਂ। ਅਤੇ ਉਹਨੇ ਗੁਰੂ ਜੀ ਨੂੰ ਆਪਣੇ ਮਨ 'ਚ ਪੁੱਛਿਆ ਔਰ ਫਿਰ ਸ਼ਾਇਦ ਮੇਰੀ ਬੇਟੀ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਮੈਂ ਮੰਮੀ 2 ਪਰਚੀਆਂ ਬਣਾ ਲਈਆਂ ਸੀ ਔਰ ਉੱਥੇ ਮੈਂ ਇੱਕ 'ਤੇ ਇੰਗਲੈਂਡ ਲਿਖਤਾ, ਇੱਕ 'ਤੇ ਕੈਨੇਡਾ ਲਿਖਤਾ ਅਤੇ ਉਹ ਦੋਨੋਂ ਪਰਚੀਆਂ ਉਹਨੇ ਗੁਰੂ ਜੀ ਦੇ ਅੱਗੇ ਰੱਖਤੀਆਂ ਅਤੇ ਫਿਰ ਉਹਨੇ ਮਨ 'ਚ ਅਰਦਾਸ ਕਰਕੇ ਇੱਕ ਪਰਚੀ ਚੁੱਕੀ ਅਤੇ ਇੱਕ ਪਰਚੀ ਉਹਦੀ ਲੰਡਨ ਵਾਲੀ ਆ ਗਈ। ਫਿਰ ਉਸ ਨੂੰ ਥੋੜ੍ਹਾ ਜਿਹਾ ਯਕੀਨ ਹੋ ਗਿਆ ਕਿ ਮੇਰੇ ਜਿਹੜੇ ਵੀ ਜਿੰਨੇ ਵੀ ਰੁਕੇ ਕੰਮ ਹੈ ਉਹ ਹੁਣ ਅੱਗੇ ਤੋਂ ਬਣ ਜਾਣਗੇ। ਮਤਲਬ ਉਹਦਾ ਭਰੋਸਾ ਪਹਿਲੇ ਦਿਨ ਤੋਂ ਹੀ ਗੁਰੂ ਜੀ 'ਤੇ ਆ ਗਿਆ ਸੀ। ਅਤੇ ਐਕਚੁਅਲੀ ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮੇਰੀ ਬੇਟੀ ਨੇ ਪਹਿਲੋਂ ਕੈਨੇਡਾ ਦੀ ਫਾਈਲ ਲਾਈ ਸੀ ਜਿਹਦੇ ਵਿੱਚ ਉਹਨੇ ਦੂਸਰਾ ਕੋਰਸ ਲਿਆ ਸੀ, ਜਿਹੜਾ ਉਹਦੀ ਪੜ੍ਹਾਈ ਸੀ ਉਹ ਤੋਂ ਅਲੱਗ, पर वो कोर्स में उनको एडमिशन नहीं मिली थी तो जिसकी वजह से उसकी फ़ीस भी वहाँ पे फंसी हुई थी। और जैसे ही फिर हमें नहीं पता, 1 हफ्ते के अंदर अंदर उसके सारे कार्य रास हो गए। मतलब लंदन की फ़ाइल भी लग गई, लंदन के लिए इंटरव्यू भी हो गया और सारे मतलब इसका प्रोसीजर ऑन द वे हो गया। और कुछ ही दिनों में साध संगत जी
ਕੈਨੇਡਾ ਵਾਲੀ ਜੋ ਫੀਸ ਸਾਡੀ ਉੱਥੇ ਮਤਲਬ ਆਕੂਪਾਈ ਸੀ, ਉਹ ਵੀ ਸਾਨੂੰ ਵਾਪਸ ਮਿਲ ਗਈ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਲੱਖ ਲੱਖ ਸ਼ੁਕਰਾਨਾ ਗੁਰੂ ਮਹਾਰਾਜ ਜੀ। ਇਸ ਤਰ੍ਹਾਂ ਮੇਰੀ ਜਰਨੀ ਮੇਰੇ ਘਰ ਤੋਂ ਮੇਰੀ ਬੇਟੀ ਦੇ ਅਨੁਸਾਰ ਸ਼ੁਰੂ ਹੋਈ ਸੀ। ਫਿਰ ਉਸਨੇ ਮੈਨੂੰ ਦੱਸਿਆ, ਮੰਮੀ ਤੁਸੀਂ ਵੀ ਚਲੋ ਉੱਥੇ ਵੱਡੇ ਮੰਦਿਰ ਗੁਰੂ ਜੀ ਨੇ। ਅਤੇ ਅਸੀਂ ਲੋਕਡਾਊਨ ਵਿੱਚ ਫਿਰ ਗਏ, ਮੈਂ ਆਪਣੀ ਬੇਟੀ ਨਾਲ ਗਈ। ਉੱਥੇ ਪਾਸ ਮਿਲਦਾ ਸੀ ਉਦੋਂ ਪਹਿਲੋਂ ਨਾ, ਜਦੋਂ ਲੋਕਡਾਊਨ 'ਚ। ਅਤੇ ਇੱਕ ਵਾਰੀ ਅਸੀਂ ਗਏ ਅਤੇ ਮੰਦਿਰ ਬੰਦ ਸੀਗਾ, ਬਾਹਰੋਂ ਹੀ ਅਸੀਂ ਮੱਥਾ ਟੇਕ ਕੇ ਆ ਗਏ। ਫਿਰ ਦੂਸਰੀ ਵਾਰੀ ਹੌਲੀ ਹੌਲੀ ਪਾਸ ਮਿਲਣੇ ਸ਼ੁਰੂ ਹੋ ਗਏ, ਫਿਰ ਸਾਡੀ ਅੰਦਰ ਐਂਟਰੀ ਹੁੰਦੀ ਗਈ। ਅਸੀਂ ਲੋਕਡਾਊਨ ਵਿੱਚ ਗੁਰੂ ਜੀ ਦੇ ਬਹੁਤ ਵਾਰੀ ਦਰਸ਼ਨ ਕੀਤੇ। ਔਰ ਸਾਧ ਸੰਗਤ ਜੀ, ਤੁਸੀਂ ਮੰਨੋਗੇ ਉਹਦੀ ਫੀਸ ਵੀ ਬੇਟੀ ਦੀ ਮਤਲਬ ਸ਼ਾਇਦ ਇੱਕ ਹਫ਼ਤੇ ਦੇ ਅੰਦਰ ਅੰਦਰ ਕੈਨੇਡਾ ਵਾਲੀ ਫੀਸ ਵੀ ਵਾਪਸ ਆ ਗਈ। ਜੋ ਸਾਡੀ ਰੁਕੀ ਹੋਈ ਫੀਸ ਉੱਥੇ ਮਤਲਬ ਅਸੀਂ ਪਰੇਸ਼ਾਨ ਹੋ ਰਹੇ ਸੀ, ਕਦੋਂ ਆਏਗੀ ਕਦੋਂ ਆਏਗੀ। ਅਤੇ ਗੁਰੂ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ, ਇੰਨਾ ਉਹਨਾਂ ਦਾ ਲੱਖ ਲੱਖ ਸ਼ੁਕਰਾਨਾ ਮੇਰੀ ਬੱਚੀ 'ਤੇ। ਔਰ ਸਾਡੀ ਫੀਸ ਵੀ ਵਾਪਸ ਆ ਗਈ। ਔਰ ਸਾਧ ਸੰਗਤ ਜੀ, ਇਸੇ ਤਰ੍ਹਾਂ ਮੈਂ ਹੌਲੀ ਹੌਲੀ ਗੁਰੂ ਜੀ ਨਾਲ ਜੁੜਦੀ ਗਈ। ਉਹਨਾਂ ਨੇ ਕਾਫੀ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ। ਔਰ ਸੌਰੀ ਗੁਰੂ ਜੀ, ਇਸੇ ਤਰ੍ਹਾਂ ਮੇਰੇ 2 ਬੇਟੇ ਨੇ। ਵੱਡੇ ਬੇਟੇ ਦਾ ਅਸੀਂ ਫਿਰ ਫਾਈਲ ਲਾਈ ਲੰਡਨ ਦੀ। ਪਹਿਲੋਂ 1 ਸਾਲ ਬੇਟੀ ਨੂੰ ਹੋ ਗਿਆ, ਫਿਰ ਦੂਸਰੇ ਬੇਟੇ ਦਾ ਵੀ ਲੰਡਨ ਹੋ ਗਿਆ। ਉਹਨਾਂ ਗੁਰੂ ਮਹਾਰਾਜ ਜੀ ਨੇ ਇੰਨੀ ਜਲਦੀ ਜਲਦੀ ਕੰਮ ਕੀਤਾ ਕਿ 1 ਸਾਲ ਦੇ ਵਿੱਚ ਵਿੱਚ ਮੇਰੇ ਦੋਵੇਂ ਬੱਚੇ ਲੰਡਨ ਚਲੇ ਗਏ। ਔਰ ਤੀਸਰੇ ਸਾਲ ਵਿੱਚ 2-2.5 ਸਾਲ ਹੋ ਗਏ ਸਾਨੂੰ ਜੁੜਿਆ ਗੁਰੂ ਜੀ ਨਾਲ। ਹੁਣ ਮੇਰਾ ਛੋਟਾ ਬੇਟਾ ਵੀ ਗੁਰੂ ਜੀ ਨੇ ਕੈਨੇਡਾ ਪਹੁੰਚਾ ਦਿੱਤਾ। ਇਹ ਸਭ ਉਹਨਾਂ ਦੀ ਮਿਹਰ ਹੈ। ਸੌਰੀ ਗੁਰੂ ਜੀ, ਸੌਰੀ ਗੁਰੂ ਜੀ, ਸੌਰੀ ਸਾਧ ਸੰਗਤ ਜੀ। ਮਤਲਬ ਇੰਨੀ ਮਿਹਰ ਕਰਦੇ ਆ ਗੁਰੂ ਮਹਾਰਾਜ ਜੀ, ਮੈਂ ਕੀ ਦੱਸਾਂ ਤੁਹਾਨੂੰ ਸੰਗਤ ਜੀ। ਅਜੇ ਸਾਡੇ ਮਨ 'ਚ ਹੀ ਖਿਆਲ ਕੋਈ ਹੁੰਦਾ ਤਾਂ ਉਸੇ ਵੇਲੇ ਪੂਰਾ ਕਰਦੇ ਆ ਮੇਰੇ ਗੁਰੂ ਜੀ। ਬਹੁਤ ਬਹੁਤ ਉਹਨਾਂ 'ਚ ਪਾਵਰ ਆ, ਬਹੁਤ। ਉਹ ਗੁਰੂ ਨਾਨਕ ਦਾ ਰੂਪ ਵੀ ਹੈ ਔਰ ਸ਼ਿਵ ਜੀ ਦਾ ਰੂਪ ਜੀ ਹੈ, ਮਹਾ ਸ਼ਿਵ ਹੈ। ਸਾਡੇ ਵਰਗੇ ਪਾਪੀਆਂ ਦਾ ਉਹਨਾਂ ਨੇ ਹੱਥ ਫੜਿਆ। ਸਾਧ ਸੰਗਤ ਜੀ, ਮੇਰੇ 2-2.5 ਸਾਲ ਦੇ ਵਿੱਚ ਵਿੱਚ 3 ਬੱਚੇ ਮੇਰੇ ਅਬਰੋਡ ਚਲੇ ਗਏ। ਉੱਥੇ ਅੱਛੇ ਕਾਲਜਾਂ ਵਿੱਚ ਪੜ੍ਹ ਰਹੇ ਨੇ ਔਰ ਉਹਨਾਂ ਨੂੰ ਉੱਥੇ ਪਾਰਟ ਟਾਈਮ ਜੋਬ ਵੀ ਮਿਲ ਗਈ। ਮੇਰੇ ਗੁਰੂ ਜੀ ਨੇ ਸਾਡੇ ਜੀਵਨ ਸਵਾਰ ਦਿੱਤਾ। ਗੁਰੂ ਸਾਧ ਸੰਗਤ ਜੀ, ਬਹੁਤ ਮਿਹਰ ਕੀਤੀ ਗੁਰੂ ਜੀ ਨੇ। ਇੱਕ ਵਾਰੀ ਦੀ ਮੈਂ ਹੋਰ ਸੁਣਾਉਣਾ ਚਾਹਾਂਗੀ। ਮੈਂ ਵੱਡੇ ਮੰਦਰ ਆਈ ਸੀ, ਮੇਰੀ ਬੇਟੀ ਨੇ ਮੈਨੂੰ ਕਿਹਾ ਕਿ ਮੰਮੀ ਮੇਰੇ ਵਾਸਤੇ ਨਾ ਲੋਕਟ ਭੇਜਣਾ। ਅਤੇ ਮੈਂ ਲਾਈਨ 'ਚ ਲੱਗੀ ਹੋਈ ਸੀ। ਗੁਰੂ ਜੀ ਨੇ ਪਤਾ ਨਹੀਂ ਕੌਣ ਆਇਆ, ਮੇਰੇ ਹੱਥ ਵਿੱਚ ਲੋਕਟ ਰੱਖ ਕੇ ਚਲਾ ਗਿਆ। ਔਰ ਮੈਂ ਅਜੇ ਸੋਚਿਆ ਹੀ ਸੀ, ਮੈਂ ਗੁਰੂ ਜੀ ਹੁਣ ਬੇਟੀ ਵਾਸਤੇ ਲੋਕਟ ਭੇਜਣਾ ਹੈ ਅਤੇ ਤੁਸੀਂ ਕਿਸੇ ਨੂੰ, ਮੈਂ ਕੁਛ ਨਹੀਂ ਕਿਹਾ ਮਨ 'ਚ, ਮਤਲਬ ਇਸ ਤਰ੍ਹਾਂ ਕਿਹਾ ਕਿ ਮੈਂ ਲੋਕਟ ਭੇਜਣਾ ਹੈ। ਅਤੇ ਫਿਰ ਕੋਈ ਆਈ ਸਾਧ ਸੰਗਤ ਜੀ, ਸੰਗਤ, ਉਹਨਾਂ ਨੇ ਮੇਰੇ ਹੱਥ ਵਿੱਚ ਲੋਕਟ ਰੱਖ ਕੇ ਅਤੇ ਅੱਗੇ ਨਿਕਲ ਗਏ। ਮਤਲਬ ਇਹਨਾਂ ਦੇ ਛੋਟੇ ਛੋਟੇ ਐਕਸਪੀਰੀਅੰਸ ਤਾਂ ਬਹੁਤ ਨੇ ਗੁਰੂ ਮਹਾਰਾਜ ਜੀ ਦੇ। ਰੋਟੀ 'ਤੇ ਓਮ ਬਣਨਾ, ਤਿਤਲੀ ਦਿਖਣਾ, ਮਤਲਬ ਬਹੁਤ ਬਹੁਤ ਮਿਹਰ ਆ ਗੁਰੂ ਜੀ ਦੀ। ਮੈਂ ਪਹਿਲੇ ਦਿਨ ਘਰ ਵਿੱਚ ਆਪਣੇ ਪਰਿਵਾਰ ਦੇ ਨਾਲ ਉਹਨਾਂ ਦਾ ਸਤਸੰਗ ਕੀਤਾ। ਔਰ ਸਾਡੇ ਜੋ ਰੁਮਾਲਾ ਸਾਹਿਬ ਸੀ ਉਹਦੇ ਉੱਤੇ ਪੂਰੇ ਗਣੇਸ਼ ਜੀ ਬਣੇ ਹੋਏ ਸੀ। ਇਹ ਵੀ ਉਹਨਾਂ ਦੀ ਮਿਹਰ ਹੈ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਏ। ਔਰ ਇੱਕ ਦਿਨ ਬਿਲਕੁਲ ਦੂਸਰੇ ਵਾਰੀ ਫਿਰ ਮੈਂ ਸੰਗਤ ਕੀਤੀ, ਮਤਲਬ ਘਰ ਵਿੱਚ ਸੰਗਤਾਂ ਦੇ ਪੈਰ ਪਵਾਏ ਅਤੇ ਉਸ ਦਿਨ ਵੀ ਰੁਮਾਲਾ ਸਾਹਿਬ ਦੇ ਉੱਤੇ ਓਮ ਬਣੇ ਹੋਏ ਸੀ। ਬਹੁਤ 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 ਸ਼ੁਕਰਾਨਾ ਗੁਰੂ ਮਹਾਰਾਜ ਜੀ, ਮੇਰੇ ਘਰ ਵਿੱਚ ਆਉਣ ਵਾਸਤੇ, ਮੇਰੇ ਬੱਚਿਆਂ 'ਤੇ, ਮੇਰੇ ਪਤੀ 'ਤੇ, ਮੇਰੇ ਪੇਕਿਆਂ ਦੇ ਪਰਿਵਾਰ 'ਤੇ ਮਿਹਰ ਕਰਨ 'ਤੇ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਹੋਰ ਛੋਟਾ ਜਿਹਾ ਗੁਰੂ ਜੀ ਮੈਂ ਸੁਣਾਉਣਾ ਚਾਹੂੰਗੀ ਆਪਣਾ ਐਕਸਪੀਰੀਅੰਸ। ਮੈਂ ਜੰਮੂ ਗਈ ਸੀ ਖੇਡਾਂ ਦੇ ਦੌਰਾਨ।
मतलब एक्चुअली मैं कोच भी हूँ और भी जॉब करती हूँ। तो ਉੱਥੇ ਮੇਰੇ ਹਸਬੈਂਡ ਕਹਿੰਦੇ ਕਿ ਅਸੀਂ ਮਾਤਾ ਰਾਣੀ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਉਣੇ ਆ। ਪਰ ਮੇਰਾ 2 बजे राती ਇਹਨਾਂ ਨੇ मेरे हस्बैंड ने मुझे उठाया और मैं जैसे ही उठी तो मैं कांप रही थी। मतलब मुझे फीवर हो गया था बहुत तेज, जिसकी वजह से मैं ऊपर माता वैष्णो देवी जी के नहीं जा पाई। और अगले दिन फिर हमने सुबह 10 बजे, मैं 9 बजे उठी सो के और 10 बजे कोशिश करी कि जाया जाए ऊपर, कोई सवारी हमें मिल जाए, ऑटो या कोई घोड़ा सवारी कोई भी। तो हमें कोई भी सवारी नहीं मिली वहाँ पे। और फिर क्या हुआ कि हमने कहा कि हमारी तो रात को ट्रेन है, अब हम क्या करेंगे, पूरा दिन इधर उधर घूमते रहेंगे, कहीं तो दर्शन कराएं हम जाके। तो फिर मेरे हस्बैंड का एक फ्रेंड है, उन्होंने हमें गाड़ी अपनी दी कि बोला, एक और बच्चे को साथ में बिठाया, उनको बोला कि आप इनको इधर 9 देवियों का मंदिर है वहाँ पे घुमाओ, वहाँ पे दर्शन कराओ। और हमने बोला ठीक है जी। हम उनके साथ बैठे, फिर गाड़ी मेरे हस्बैंड ही चला रहे थे। तो जैसे ही 9 देवियों का मंदिर आया, हमने सोचा चलो आते हुए अभी हम दर्शन करेंगे। तो उस टाइम हमारी गाड़ी नहीं रुक पाई जहाँ पे माता रानी जी का ये 9 देवियों के मंदिर थे, छोटे छोटे बने हुए थे। और आगे फिर हमारी गाड़ी वहाँ पे रुकी जहाँ शिवजी जी का मंदिर था, शिव पौड़ी, पता नहीं शिव पौड़ी बोलते हैं या शिव मंदिर है या जो भी है वो। वहाँ पे फिर हमारी गाड़ी रुकी, फिर हम नीचे सीढ़ियाँ उतर के मतलब गए, वहाँ पे मंदिर था छोटा सा शिवजी जी का, और बहुत ही अच्छा सुंदर मंदिर था। हमने बहुत अच्छे से माथा टेका, बहुत अच्छे से दर्शन किए। और तब भी मुझे फीवर था पर मुझे फील नहीं हो रहा था, मतलब हल्की हल्की थकान थी, इतना ज़्यादा नहीं था। और फिर मैंने अपने हस्बैंड को बोला अब ऐसे करना, अब माता रानी के ज़रूर दर्शन कर लेना, है ना, क्योंकि हमने पहले भी नहीं किए। तो जैसे हम गाड़ी में बैठे वापसी पे, तो फिर भी ऐसे हमारे साथ एक अचंबा हो गया कि हम फिर नहीं, हमारी गाड़ी रुकी माता रानी के मंदिर पे, और सीधा हम फिर थक चुके थे, फिर स्टेशन के लिए हम रवाना हो गए। तो स्टेशन में जैसे ही गए अंदर, तो वहाँ पे ऐसे कर्टन लगा होता है, और मुझे लगा शायद माता रानी की यहाँ पे बहुत सारी फोटो बड़ी बड़ी लगाई होगी, और मैं इसमें ही चलो माथा टेक लेती हूँ, यहीं दर्शन कर लेती हूँ, है ना साथ संगत जी। लेकिन जैसे ही मैं आगे बढ़ी और मैंने पर्दा मतलब ऐसे आगे को करके किया, और वहाँ बहुत बड़े शिव जी भगवान जी की वो लगी हुई थी पोस्टर, मतलब बहुत बड़ा स्वरूप लगा हुआ था शिव जी जी का। तो मैं फिर देख के हैरान हो गई। मैंने कहा देखो गुरुजी यही चाह रहे थे कि मैं ही शिव हूँ, मैं ही जो माता रानी है वो मेरी ही बेटियाँ हैं, और इसलिए मैं ही सब कुछ हूँ। तो इस तरह से मुझे अंदर से ही ज्ञान हुआ कि हाँ, गुरुजी ने इसीलिए हमें ऊपर भी हमारे को चढ़ाई नहीं करवाई, क्योंकि पता नहीं कोई कर्म काटना होगा जहाँ उनको ये लगा होगा कि भाई हम उनसे जुड़े हैं, तो उन्होंने महाशिव के ही हमें दर्शन कराए। ये मेरी ज़िंदगी का बहुत बड़ा एक्सपीरियंस है, क्योंकि हम वहाँ मतलब जाकर भी हम वहाँ उनके माता रानी जी के दर्शन नहीं कर पाए। चलो जब भी वो बुलाएंगे चले जाएंगे, या जो भी गुरु जी का आशीर्वाद होगा, है ना, उस रूप में उन्होंने हमें शिव जी के रूप में दर्शन दिए। तो मैं बहुत बहुत आभारी हूँ गुरु जी की, बहुत बहुत आभारी हूँ गुरु जी की। हमारी फैमिली को अपने साथ उन्होंने जोड़ा इस कलयुग में, उन्होंने हमारी बाँह पकड़ी, और छोटे छोटे बहुत एक्सपीरियंस है, बहुत सारे सत्संगों में उन्होंने अपनी साथ संगत में मुझे बिठाया। कभी भी मेरा मन करता है, मैं मन मुंह उठा के बड़े मंदिर मुझे वो ले जाते हैं उंगली पकड़ के। कभी बीमार भी होती हूँ तो ऐसे नहीं लगता कि घर पे बैठूं, ऐसे लगता है कि भाग जाऊं, बस फटाफट गुरुजी के मंदिर चली जाऊं। और वो सच में कितना भी फीवर हो, कितना भी बॉडी पेन हो, वो अपने आप ही ले जाते हैं और सही सलामत घर भी मुझे पहुंचा देते हैं।
और अब तो साध संगत जी मेरे बच्चे भी वहाँ फॉरेन में गुरु जी का स्वरूप रखते हैं, उनके मतलब चाय प्रसाद देते हैं, जल प्रसाद देते हैं, वो वहाँ भी उनकी रक्षा कर रहे हैं, यहाँ भी हमारी रक्षा कर रहे हैं। तो साध संगत जी, मैं आपसे इजाज़त लेना चाहूँगी, और जो गुरु जी ने बुलवाया मैंने वही बोला है, अपनी तरफ से कुछ नहीं बोला है। इस टाइम गुरु जी मेरी जेबा पे विराजमान है। गुरु जी, मेरे से कोई भूल चूक हुई हो तो मुझे माफ़ कर दो, प्लीज़ प्लीज़ गुरु जी। मेरे जिन्ने भी बाकी कर्म रह गए ने ਉਹਨਾਂ ਨੂੰ ਵੀ ਤਾਰ ਦੋ। ਮੈਨੂੰ ਹਮੇਸ਼ਾ ਆਪਣੇ ਅੰਗ ਸੰਗ ਸਹਾਈ ਰੱਖਣਾ ਗੁਰੂ ਮਹਾਰਾਜ ਜੀ, ਸਰਬੱਤ ਦਾ ਭਲਾ ਕਰਨਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਜੈ ਗੁਰੂ ਜੀ, ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ, ਅਨੰਤਮ ਅਨੰਤਮ ਸ਼ੁਕਰਾਨਾ ਮੇਰੇ ਮਹਾਰਾਜ। ਧੰਨ ਧੰਨ, ਜੈ ਗੁਰੂ ਜੀ।